प्यारे विद्यार्थियों, वाहिगुरू जी का खालसा वाहिगुरू जी की फतेह। ਅਸੀਂ ਅੱਜ ਰਹਿਰਾਸ ਸਾਹਿਬ ਗੁਰਬਾਣੀ ਬਾਰੇ ਥੋੜ੍ਹਾ ਜਿਹਾ ਵਿਚਾਰ ਵਟਾਂਦਰਾ ਕਰਾਂਗੇ। ਸਾਨੂੰ ਪਤਾ ਹੈ ਕਿ ਰਹਿਰਾਸ ਗੁਰਬਾਣੀ ਸ਼ਾਮ ਨੂੰ ਸਾਡੇ ਨਿਤਨੇਮ ਦੇ ਵਿੱਚ ਸ਼ਾਮਲ ਹੈ। ਹਰ ਸਿੱਖ ਜਿੱਥੇ ਕਿਤੇ ਵੀ ਵਸਦਾ ਹੈ ਉਹ ਹਰ ਰੋਜ਼ ਸੰਧਿਆ ਦੇ ਸਮੇਂ ਰਹਿਰਾਸ ਬਾਣੀ ਦਾ ਪਾਠ ਜ਼ਰੂਰ ਕਰਦਾ ਹੈ। ਥੋੜ੍ਹਾ ਜਿਹਾ ਗਿਆਨ ਅੱਜ ਅਸੀਂ ਰਹਿਰਾਸ ਸਾਹਿਬ ਗੁਰਬਾਣੀ ਬਾਰੇ ਹਾਸਲ ਕਰਦੇ ਹਾਂ। ਕੁਝ ਪ੍ਰਸ਼ਨ ਨੇ। ਪਹਿਲਾ ਪ੍ਰਸ਼ਨ ਦੇਖੋ, ਰਹਿਰਾਸ ਇਸ ਦਾ ਅੱਖਰੀ ਅਰਥ ਕੀ ਹੈ ਅਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਇਹ ਕਦੋਂ ਪੜ੍ਹੀ ਜਾਂਦੀ ਹੈ? ਸਭ ਤੋਂ ਪਹਿਲਾਂ ਅਸੀਂ ਅੱਖਰੀ ਅਰਥ ਦੇਖਦੇ ਹਾਂ। ਇਹ ਦੋ ਸ਼ਬਦ ਨੇ, ਰਹਿਤ ਤੇ ਰਾਸ। ਰਹਿਤ ਤੋਂ ਭਾਵ ਹੈਗਾ ਰਸਤਾ, ਰਹਿਤ ਤੋਂ ਭਾਵ ਹੈਗਾ ਰਸਤਾ ਤੇ ਰਾਸ ਤੋਂ ਭਾਵ ਹੈਗਾ ਪੂੰਜੀ। ਰਾਸ ਤੋਂ ਭਾਵ ਹੈਗਾ ਪੂੰਜੀ। ਇਸ ਤਰ੍ਹਾਂ ਇਹ ਪ੍ਰਭੂ ਨਾਮ ਦੀ ਸਿਫਤ ਸਲਾਹ ਹੀ ਸਾਡੇ ਰਸਤੇ ਦੀ ਪੂੰਜੀ ਹੈ। ਪ੍ਰਭੂ ਨਾਮ ਦੀ ਸਿਫਤ ਸਲਾਹ। ਦੂਸਰਾ ਇਹਦੇ ਵਿੱਚ ਹੀ ਪ੍ਰਸ਼ਨ ਹੈ ਜੋ ਸਿੱਖ ਰਹਿਤ ਮਰਿਆਦਾ ਅਨੁਸਾਰ ਇਹ ਬਾਣੀ ਕਦੋਂ ਪੜ੍ਹੀ ਜਾਂਦੀ ਹੈ? ਸ਼ਾਮ ਨੂੰ ਸੂਰਜ ਡੁੱਬਣ ਵੇਲੇ। ਸ਼ਾਮ ਨੂੰ ਸੂਰਜ ਡੁੱਬਣ ਵੇਲੇ ਇਹ ਗੁਰਬਾਣੀ ਪੜ੍ਹੀ ਜਾਂਦੀ ਹੈ। ਅਗਲਾ ਪ੍ਰਸ਼ਨ ਹੈ, ਰਹਿਰਾਸ ਜਿਹੜਾ ਬਾਣੀ ਹੈ ਇਸ ਦਾ ਸਰੂਪ ਕੀ ਹੈ? ਰਹਿਰਾਸ ਬਾਣੀ ਜੋ ਇਸ ਦਾ ਸਰੂਪ ਹੈ, ਇਸ ਵਿੱਚ ਵੱਖ-ਵੱਖ ਸ਼ਬਦ ਦਰਜ ਹਨ। ਸੋਦਰ ਦੇ 5 ਸ਼ਬਦ ਨੇ, ਸੋਦਰ ਦੇ 5 ਸ਼ਬਦ ਨੇ, ਸੋ ਪੁਰਖ ਦੇ 4 ਸ਼ਬਦ ਨੇ। ਇਸ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਜੀ ਦੀ ਰਚੀ ਹੋਈ ਚੌਪਈ ਸਾਹਿਬ ਕਬਿਓ ਬਾਚ ਬੇਨਤੀ ਚੌਪਈ ਹੈ। ਫਿਰ ਸਵਈਆ ਦਰਜ ਹੈ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਦੋਹਰਾ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ। ਉਸ ਤੋਂ ਬਾਅਦ ਫਿਰ ਆਨੰਦ ਸਾਹਿਬ ਦੀਆਂ 6 ਪੌੜੀਆਂ ਦਰਜ ਹਨ। ਪਹਿਲੀਆਂ 5 ਅਤੇ ਇੱਕ ਅਖੀਰਲੀ, ਟੋਟਲ 6 ਪੌੜੀਆਂ। ਫਿਰ ਮੁੰਦਾਵਣੀ ਤੇ ਸ਼ਲੋਕ ਮਹੱਲਾ 5ਵਾਂ, ਤੇਰਾ ਕੀਤਾ ਜਾਤੋ ਨਾਹੀ। ਇਹ ਸਾਰੇ ਸ਼ਬਦ ਰਹਿਰਾਸ ਸਾਹਿਬ ਵਿੱਚ ਦਰਜ ਹਨ। ਇਹਨਾਂ ਸਾਰਿਆਂ ਸ਼ਬਦਾਂ ਨੂੰ ਮਿਲਾ ਕੇ ਰਹਿਰਾਸ ਬਣ ਜਾਂਦੀ ਹੈ। ਅਗਲਾ ਪ੍ਰਸ਼ਨ ਹੈ ਜੀ, ਰਹਿਰਾਸ ਬਾਣੀ ਵਿੱਚ ਇੱਕ ਸੋਦਰ ਵਾਲਾ ਸ਼ਬਦ ਆਉਂਦਾ ਹੈ। ਸੋਦਰ। ਸੋਦਰ ਅਨੁਸਾਰ ਕੌਣ ਕੌਣ ਪਰਮਾਤਮਾ ਨੂੰ, ਪ੍ਰਭੂ ਨੂੰ ਗਾ ਰਿਹਾ ਹੈ ਤੇ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਸ ਤੋਂ? ਸੋਦਰ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਰੀ ਹੀ ਕੁਦਰਤ ਉਸ ਪਰਮਾਤਮਾ ਨੂੰ ਗਾ ਰਹੀ ਹੈ। ਗੁਰੂ ਜੀ ਨੇ ਬਹੁਤ ਸਾਰੇ ਜਿਹੜੇ ਨਾਂ ਨੇ ਉਸ ਵਿੱਚ ਦੱਸੇ ਹਨ ਕਿ ਕੌਣ ਕੌਣ ਪਰਮਾਤਮਾ ਨੂੰ ਗਾ ਰਿਹਾ ਹੈ। ਫਿਰ ਅਖੀਰ ਤੇ ਲਿਖਦੇ ਹੈ, ਕਹਿੰਦੇ ਹੋਰ ਕਿਤੇ ਤੁਧ ਨੂੰ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਕਹਿੰਦਾ ਮੈਨੂੰ ਨਹੀਂ ਪਤਾ। ਕਹਿੰਦਾ ਕੁਛ ਤਾਂ ਮੈਂ ਦੱਸ ਤੇ ਨਾ। ਕਹਿੰਦਾ ਕੀ ਪਤਾ ਹੋਰ ਕਿੰਨੇ ਕੁ ਤੈਨੂੰ ਗਾ ਰਹੇ ਨੇ। ਕਹਿੰਦਾ ਮੇਰੀ ਗਿਣਤੀ ਤੋਂ ਬਾਹਰ ਨੇ, ਮੈਨੂੰ ਪਤਾ ਨਹੀਂ। ਕਹਿੰਦਾ ਮੇਰੇ ਚਿੱਤ 'ਚ ਨਹੀਂ ਹੈਗੇ। ਸਾਨੂੰ ਕੀ ਸਿੱਖਿਆ ਮਿਲਦੀ ਹੈ ਵੀ ਅਸੀਂ ਕਿਉਂ ਵਿਹਲੇ ਬੈਠੇ ਹਾਂ? ਅਸੀਂ ਕਿਉਂ ਨਹੀਂ ਜਪਦੇ? ਅਸੀਂ ਕਿਉਂ ਨਹੀਂ ਆਰਾਧਦੇ? ਜੇ ਪੂਰੀ ਸ੍ਰਿਸ਼ਟੀ, ਪੂਰੀ ਕਾਇਨਾਤ ਅਕਾਲ ਪੁਰਖ ਨੂੰ ਗਾ ਰਹੀ ਹੈ, ਫਿਰ ਅਸੀਂ ਕਿਉਂ ਪਿੱਛੇ ਹਟੀਏ? ਅਸੀਂ ਵੀ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰੀਏ ਅਤੇ ਉਹਦੇ ਹੁਕਮ ਦੇ ਵਿੱਚ ਚੱਲੀਏ। ਅਗਲਾ ਪ੍ਰਸ਼ਨ ਹੈ, ਰਹਿਰਾਸ ਬਾਣੀ ਅਨੁਸਾਰ ਮਨੁੱਖ ਦੇ ਆਤਮਿਕ ਜੀਵਨ ਤੇ ਆਤਮਿਕ ਮੌਤ ਸੰਬੰਧੀ ਕੀ ਉਪਦੇਸ਼ ਹੈ?
ਜਦੋਂ ਅਸੀਂ ਰਹਿ ਰਾਸ ਬਾਣੀ ਦਾ ਪਾਠ ਕਰਦੇ ਹਾਂ ਤਾਂ ਇੱਕ ਆਸਾ ਮਹੱਲਾ ਪਹਿਲਾ ਇੱਕ ਸਰਲੇਖ, ਇਹਦੇ ਹੇਠ ਇੱਕ ਫਰਮਾਨ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ। ਕਹਿੰਦਾ ਜਦੋਂ ਮੈਂ ਅਕਾਲ ਪੁਰਖ ਦਾ ਨਾਮ ਲੈਂਦਾ ਹਾਂ, ਆਖਾਂ ਜੀਵਾਂ, ਤਾਂ ਮੈਂ ਜਿਉਂਦਾ। ਆਖਾਂ ਜੀਵਾਂ, ਜੇਕਰ ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ, ਆਖਦਾ ਹਾਂ, ਬੋਲਦਾ ਹਾਂ, ਤਾਂ ਮੈਂ ਜੀਵਾਂ। ਵਿਸਰੈ ਮਰ ਜਾਓ, ਜੇਕਰ ਮੈਂ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹਾਂ, ਵਿਸਰੈ ਮਰ ਜਾਓ, ਤਾਂ ਫਿਰ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਕਹਿਣ ਦਾ ਭਾਵ ਹੈ ਕਿ ਜੇ ਅਸੀਂ ਪਰਮਾਤਮਾ ਦਾ ਨਾਮ ਸਿਮਰਦੇ ਰਹਾਂਗੇ ਤਾਂ ਅਸਲੀ ਸਾਡਾ ਆਤਮਿਕ ਜੀਵਨ ਹੈ। ਪਰ ਜੇਕਰ ਅਸੀਂ ਉਸ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਤਾਂ ਮੰਨ ਲਓ ਅਸੀਂ ਆਤਮਿਕ ਤੌਰ 'ਤੇ ਮਰ ਗਏ, ਅਸੀਂ ਆਤਮਿਕ ਤੌਰ 'ਤੇ ਮਰ ਗਏ। ਅਗਲਾ ਪ੍ਰਸ਼ਨ ਹੈ, ਰਹਿਰਾਸ ਬਾਣੀ ਅਨੁਸਾਰ ਸਾਡੇ ਪ੍ਰਾਣਾਂ ਦਾ ਆਸਰਾ ਕੌਣ ਹੈ ਅਤੇ ਸਾਡੇ ਜੀਵਨ ਸਫਰ ਦੀ ਪੂੰਜੀ ਕਿਹੜੀ ਹੈ? ਦੋ ਪ੍ਰਸ਼ਨ ਇਹਦੇ ਵਿੱਚ ਧਿਆਨ ਦੇਣਾ ਹੈ। ਗੁਰੂ ਸਾਹਿਬਾਨ ਦਾ ਉਪਦੇਸ਼ ਕੀ ਹੈ? ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਭਾਵ, ਇਸ ਦਾ ਭਾਵ ਹੈ ਗੁਰੂ ਸਿੱਖਿਆ ਅਨੁਸਾਰ ਮਿਲਿਆ ਨਾਮ। ਸਾਡੇ ਪ੍ਰਾਣਾਂ ਦਾ ਆਸਰਾ ਕੌਣ ਹੈ? ਗੁਰੂ ਸਿੱਖਿਆ ਅਨੁਸਾਰ ਮਿਲਿਆ ਨਾਮ ਸਾਡੇ ਪ੍ਰਾਣਾਂ ਦਾ ਆਸਰਾ ਹੈ। ਕੌਣ? ਨਾਮ। ਅਗਲਾ ਪ੍ਰਸ਼ਨ ਇਹਦੇ ਵਿੱਚ ਹੈ, ਸਾਡੇ ਜੀਵਨ ਸਫਰ ਦੀ ਪੂੰਜੀ ਕਿਹੜੀ ਹੈ? ਪ੍ਰਭੂ ਦੀ ਸਿਫਤ ਸਲਾਹ। ਪ੍ਰਭੂ ਦੀ ਸਿਫਤ ਸਲਾਹ ਸਾਡੇ ਜੀਵਨ ਸਫਰ ਦੀ ਪੂੰਜੀ ਹੈ। ਅਗਲਾ ਪ੍ਰਸ਼ਨ ਹੈ ਜੀ, ਰਹਿਰਾਸ ਬਾਣੀ ਅਨੁਸਾਰ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਬਾਣੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਕੀ ਉਪਦੇਸ਼ ਦਿੱਤਾ ਗਿਆ ਹੈ? ਇਹਨਾਂ ਰਹਾਉ ਦੀਆਂ ਪੰਕਤੀਆਂ ਵਿੱਚ ਗੁਰੂ ਜੀ ਉਪਦੇਸ਼ ਦਿੰਦੇ ਹਨ ਕਿ ਹੇ ਮੇਰੇ ਪਰਮੇਸ਼ਰ ਜੀ, ਜਿਸ ਨੇ ਵੀ ਸਤ ਸੰਗਤ ਕੀਤੀ ਉਹ ਤਰ ਗਿਆ। ਜਿਹੜਾ ਚੰਗੀ ਸੰਗਤ ਵਿੱਚ ਪੈ ਜਾਂਦਾ ਹੈ, ਭਾਵੇਂ ਉਹ ਵਿਦਿਆਰਥੀ ਹੈ, ਭਾਵੇਂ ਉਹ ਆਮ ਇਨਸਾਨ ਹੈ, ਉਹ ਤਰ ਜਾਂਦਾ ਹੈ। ਕਿਉਂਕਿ ਸਤਸੰਗ ਦੇ ਵਿੱਚ ਗੁਰੂ ਦੀ ਸੋਝੀ ਪ੍ਰਾਪਤ ਹੁੰਦੀ ਹੈ ਅਤੇ ਗੁਰੂ ਦੀ ਕਿਰਪਾ ਦੁਆਰਾ ਪੂਰਨ ਪਦ ਪ੍ਰਾਪਤ ਹੋ ਜਾਂਦਾ ਹੈ। ਇੱਥੇ ਲਿਖਿਆ ਹੋਇਆ ਹੈ, ਕਹਿੰਦਾ ਇਸ ਤਰ੍ਹਾਂ ਜਾਣੀ ਜਿਵੇਂ ਸੁੱਕਾ ਕਾਠ, ਲੱਕੜੀ ਹਰੇ ਭਰੇ ਹੋ ਜਾਂਦੇ ਨੇ, ਭਾਵ ਕਠੋਰ ਹਿਰਦੇ ਵਾਲੇ ਵੀ ਆਤਮਿਕ ਜੀਵਨ ਪਾ ਕੇ ਆਨੰਦਿਤ ਹੋ ਜਾਂਦੇ ਨੇ। ਸਤਸੰਗ ਦੇ ਵਿੱਚੋਂ ਸਾਨੂੰ ਇੱਕ ਵਧੀਆ ਗਾਈਡੈਂਸ ਮਿਲਦੀ ਹੈ, ਸਾਨੂੰ ਜੀਵਨ ਜਿਉਣ ਦਾ ਤਰੀਕਾ ਮਿਲਦਾ ਹੈ। ਅਸੀਂ ਜੇ 4 ਬੰਦਿਆਂ ਵਿੱਚ ਜਾ ਕੇ ਬੈਠਦੇ ਹਾਂ, ਜੇ ਉੱਥੇ ਕੋਈ ਵਧੀਆ ਗੱਲ ਕਰਦਾ ਇੱਕ ਜਾਣਾ, ਤਾਂ ਬਾਕੀ 3 ਦੇ ਪੱਲੇ ਵੀ ਪੈ ਜਾਂਦੀ ਹੈ, ਸਾਡਾ ਜੀਵਨ ਸੁਧਰ ਜਾਂਦਾ ਹੈ। ਜੇਕਰ ਕੱਲ੍ਹ ਸਾਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਅਸੀਂ ਚਾਰੇ ਬੈਠ ਕੇ ਉਹ ਸਮੱਸਿਆ 'ਤੇ ਵਿਚਾਰ ਕਰਦੇ ਹਾਂ, ਤਾਂ ਸਮੱਸਿਆ ਦਾ ਹੱਲ ਹੈ ਜਿਹੜਾ ਉਹ ਸਤਸੰਗ ਤੋਂ ਮਿਲ ਜਾਂਦਾ ਹੈ। ਇਸ ਕਰਕੇ ਸਾਡਾ ਮਨ ਹੈ ਜਿਹੜਾ ਉਹ ਆਨੰਦਿਤ ਹੋ ਜਾਂਦਾ ਹੈ। ਇਸ ਕਰਕੇ ਜ਼ਰੂਰੀ ਹੈ ਕਿ ਸਤਸੰਗਤ ਸੱਚੇ ਪੁਰਖਾਂ ਦੀ, ਵਧੀਆ ਪੁਰਖਾਂ ਦੀ ਕਰਨੀ ਚਾਹੀਦੀ ਹੈ। ਅਗਲਾ ਪ੍ਰਸ਼ਨ ਹੈ ਜੀ, ਰਹਿਰਾਸ ਬਾਣੀ 'ਚ ਭਈ ਪ੍ਰਾਪਤ ਮਾਨੁਖ ਦੇਹੁਰੀਆ ਸ਼ਬਦ ਵਿੱਚ ਕੀ ਉਪਦੇਸ਼ ਹੈ? ਇਸ ਵਿੱਚ ਉਪਦੇਸ਼ ਹੈ ਕਿ ਹੇ ਮਨ, ਇਹ ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਤੇਰੇ ਕੋਲ ਮੌਕਾ ਹੈ ਪਰਮਾਤਮਾ ਨੂੰ ਮਿਲਣ ਦਾ। ਹੁਣ ਪਰਮਾਤਮਾ ਨੂੰ ਮਿਲਣ ਦਾ ਤੈਨੂੰ ਮੌਕਾ ਹੈ, ਤੂੰ
ਹੱਥੋਂ ਨਾ ਗਵਾ ਦੇਈਂ। ਐਵੇਂ ਹੋਰ ਧੰਦਿਆਂ ਦੇ ਵਿੱਚ ਪੈ ਕੇ, ਲੜਾਈ ਝਗੜਿਆਂ ਵਿੱਚ ਪੈ ਕੇ ਇਸ ਨੂੰ ਵਿਅਰਥ ਨਾ ਗਵਾਈ। ਹੋਰ ਧੰਦੇ ਤੇਰੇ ਕਿਸੇ ਕੰਮ ਨਹੀਂ। ਸਾਧ ਸੰਗਤ ਕਰਕੇ ਉਸ ਪਰਮਾਤਮਾ ਦਾ ਸਿਮਰਨ ਕਰ ਅਤੇ ਉਹ ਪਰਮਾਤਮਾ ਨੂੰ ਪ੍ਰਾਪਤ ਕਰ। ਅੱਗੇ ਪ੍ਰਸ਼ਨ ਹੈ ਜੀ, ਰਹਿਰਾਸ ਬਾਣੀ ਵਿੱਚ ਦਸਮ ਪਾਤਸ਼ਾਹ ਦੀ ਕਿਹੜੀ ਬਾਣੀ ਦਰਜ ਹੈ? ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਰਹਿਰਾਸ ਸਾਹਿਬ ਵਿੱਚ ਕਬਿਓ ਬਾਚ ਬੇਨਤੀ ਚੌਪਈ, ਜਿਹਨੂੰ ਅਸੀਂ ਚੌਪਈ ਸਾਹਿਬ ਵੀ ਕਹਿੰਦੇ ਹਾਂ ਸਤਿਕਾਰ ਵਜੋਂ, ਤੁਸੀਂ ਦੱਸਣਾ ਵੀ ਇਹਦਾ ਉਚਾਰਨ ਕਿੱਥੇ ਹੋਇਆ, ਕਿਹੜਾ ਸਥਾਨ ਹੈ ਜਿੱਥੇ ਚੌਪਈ ਸਾਹਿਬ ਦਾ ਉਚਾਰਨ ਕੀਤਾ ਗਿਆ। ਹੁਣ ਅਸੀਂ ਗੱਲ ਕਰ ਰਹੇ ਹਾਂ ਕਿਹੜੀ ਗੁਰਬਾਣੀ ਰਹਿਰਾਸ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਚੌਪਈ ਸਾਹਿਬ ਜਿਹਨੂੰ ਕਬਿਓ ਬਾਚ ਬੇਨਤੀ ਚੌਪਈ ਕਿਹਾ ਜਾਂਦਾ ਹੈ, ਇਹ ਗੁਰਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਇਸ ਤੋਂ ਇਲਾਵਾ ਰਹਿਰਾਸ ਸਾਹਿਬ ਵਿੱਚ ਜੋ ਸਵਈਆ ਹੈ, ਪਾਏ ਗਏ ਜਬ ਤੇ ਤੁਮਰੇ ਤੋਂ ਲੈ ਕੇ ਮੈਂ ਨਾ ਕਹਿਓ ਸਭ ਤੋਹੇ ਵਖਾਨਿਓ, ਇੱਥੇ ਤੱਕ, ਅਤੇ ਇੱਕ ਦੋਹਰਾ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਇੱਥੋਂ ਲੈ ਕੇ ਗੋਬਿੰਦ ਦਾਸ ਤੁਹਾਰ, ਇੱਥੇ ਤੱਕ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਅੱਗੇ ਪ੍ਰਸ਼ਨ ਹੈ ਜੀ, ਰਹਿਰਾਸ ਬਾਣੀ ਵਿੱਚ ਦਸਮ ਪਾਤਸ਼ਾਹ ਜੀ ਦੇ ਰਚਿਤ ਦੋਹਰੇ ਦਾ ਭਾਵ ਅਰਥ ਕੀ ਹੈ? ਗੁਰੂ ਜੀ ਦਾ ਇੱਕ ਦੋਹਰਾ ਹੈਗਾ, ਉਹਦਾ ਅਸੀਂ ਭਾਵ ਅਰਥ ਦੱਸਣਾ ਹੈ। ਗੁਰੂ ਜੀ ਦੋਹਰੇ ਵਿੱਚ ਫਰਮਾਉਂਦੇ ਨੇ, ਕਹਿੰਦੇ ਹੇ ਪ੍ਰਭੂ ਮੈਂ ਸਭ ਦੁਆਰਿਆਂ ਨੂੰ ਛੱਡ ਕੇ ਆਪ ਦੇ ਦੁਆਰੇ ਆ ਗਿਆ ਹਾਂ। ਅਸੀਂ ਪਹਿਲਾਂ ਬਹੁਤ ਥਾਵਾਂ 'ਤੇ ਭਟਕਦੇ ਫਿਰਦਾ ਮਨੁੱਖ ਅੱਜ ਦਾ, ਪਰ ਜੇ ਉਹਨੂੰ ਦੱਸਦੇ ਵੀ ਯਾਰ ਤੂੰ ਇੱਧਰ ਉੱਧਰ ਕਿਉਂ ਭਟਕਦਾ ਫਿਰਦਾ, ਇੱਕ ਗੁਰੂ ਦੇ ਲੜ ਲੱਗ ਜਾ, ਫਿਰ ਅਸੀਂ ਇੱਧਰ ਉੱਧਰੋਂ ਧੱਕੇ ਖਾ ਕੇ ਗੁਰੂ ਦੇ ਲੜ ਲੱਗ ਜਾਂਦੇ ਹਾਂ ਵੀ ਹੋਰ ਤਾਂ ਇੱਧਰੋਂ ਉੱਧਰੋਂ ਕੁਛ ਮਿਲਿਆ ਨਹੀਂ, ਹੁਣ ਚਲੋ ਇੱਕ ਪਰਮਾਤਮਾ ਦਾ ਆਸਰਾ ਤੱਕ ਲਈਏ। ਪਹਿਲਾਂ ਜਵਾਨੀ ਦੇ ਵਿੱਚ ਮਨੁੱਖ ਥਾਂ ਥਾਂ 'ਤੇ ਭਟਕਦਾ ਫਿਰਦਾ, ਬੁਢਾਪੇ ਦੇ ਵਿੱਚ ਆ ਕੇ ਉਹ ਕਹਿੰਦਾ ਵੀ ਹੁਣ ਮੈਂ ਨਾਮ ਜਪ ਲਾਂ। ਇੱਥੇ ਗੁਰੂ ਸਾਹਿਬਾਨ ਲਿਖਦੇ ਨੇ, ਕਹਿੰਦਾ ਮੈਂ ਬਹੁਤ ਸਾਰੇ ਦੁਆਰਿਆਂ ਨੂੰ ਛੱਡ ਕੇ ਤੇਰੇ ਦੁਆਰੇ ਦਾ ਆਸਰਾ ਜਿਹੜਾ ਉਹ ਫੜ ਲਿਆ, ਹੁਣ ਤੂੰ ਮੇਰੀ ਲਾਜ ਰੱਖ, ਹੁਣ ਤੂੰ ਮੇਰੀ ਲਾਜ ਰੱਖ। ਕਿਉਂ? ਕਿਉਂਕਿ ਹੁਣ ਮੈਂ ਤੇਰੇ ਦੁਆਰੇ ਆ ਗਿਆ ਹਾਂ, ਮੈਂ ਤੇਰਾ ਦਾਸ ਹਾਂ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਤੇਰਾ ਦਾਸ ਹਾਂ। ਅੱਗੇ ਪ੍ਰਸ਼ਨ ਹੈ ਜੀ, ਰਹਿਰਾਸ ਬਾਣੀ ਵਿੱਚ ਮੁਦਾਵਣੀ ਵਾਲੇ ਸ਼ਬਦ ਤੋਂ ਸਾਨੂੰ ਕੀ ਉਪਦੇਸ਼ ਜਾਂ ਸਿੱਖਿਆ ਮਿਲਦੀ ਹੈ? ਇਹਦਾ ਉੱਤਰ ਹੈ ਜੀ, ਮੁਦਾਵਣੀ ਦਾ ਅਰਥ ਕੁਝ ਵਿਦਵਾਨਾਂ ਨੇ ਮੋਹਰ ਕੀਤਾ ਹੈ, ਮੋਹਰ, ਪਰ ਭਾਈ ਵੀਰ ਸਿੰਘ ਜੀ ਨੇ ਜਿਹੜੇ ਭਾਈ ਵੀਰ ਸਿੰਘ ਜੀ ਉਹ ਇਸ ਦਾ ਅਰਥ ਬੁਝਾਰਤ ਕਰਦੇ ਨੇ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਹੈ, ਉਹ ਦਿੰਦੇ ਨੇ ਉਪਦੇਸ਼, ਥਾਲ ਵਿੱਚ 3 ਵਸਤਾਂ ਸਤ ਸੰਤੋਖ ਤੇ ਅੰਮ੍ਰਿਤ ਨਾਮ ਹੈ। ਥਾਲ ਵਿੱਚ 3 ਵਸਤਾਂ ਪਈਆਂ ਨੇ, ਸਤ ਸੰਤੋਖ ਤੇ ਅੰਮ੍ਰਿਤ ਨਾਮ ਹੈ। ਵਿਚਾਰ ਕਰੋ, ਅੰਮ੍ਰਿਤ ਨਾਮ ਦਾ ਸਭ ਨੂੰ ਆਧਾਰ ਹੈ, ਅੰਮ੍ਰਿਤ ਨਾਮ ਦਾ ਸਭ ਨੂੰ ਆਧਾਰ ਹੈ। ਇਸ ਪਦਾਰਥ ਨੂੰ ਜੇ ਕੋਈ ਖਾ ਲਵੇ ਤੇ ਜੇ ਕੋਈ ਖਾਣ ਦੇ ਆਨੰਦ ਨੂੰ ਧਾਰਨ ਕਰੇ ਤਾਂ ਉਸ ਦਾ ਉਧਾਰ ਹੁੰਦਾ ਹੈ। ਇਹ ਵਸਤੂ ਛੱਡਣ ਦੇ ਯੋਗ ਨਹੀਂ, ਇਹ ਵਸਤੂ ਛੱਡਣ ਦੇ ਯੋਗ ਨਹੀਂ। ਇਸ ਨੂੰ ਸਦਾ ਹਿਰਦੇ ਵਿੱਚ ਧਾਰਨ ਕਰਕੇ ਰੱਖੋ, ਇਸ ਨੂੰ ਸਦਾ ਹਿਰਦੇ ਵਿੱਚ ਧਾਰਨ ਕਰਕੇ ਰੱਖੋ। ਸੰਸਾਰ ਵਿੱਚ ਅਗਿਆਨਤਾ ਰੂਪੀ ਹਨੇਰਾ ਹੈ। ਕਿਹੜਾ ਹਨੇਰਾ ਹੈ? ਅਗਿਆਨਤਾ ਰੂਪੀ ਹਨੇਰਾ ਕਿੱਥੇ ਹੈ? ਸੰਸਾਰ ਵਿੱਚ ਹੈ। ਅਤੇ ਗੁਰੂ ਦੇ ਚਰਨੀ ਲੱਗ ਕੇ ਤਰਿਆ ਜਾ ਸਕਦਾ ਹੈ, ਗੁਰੂ ਦੇ ਚਰਨੀ ਲੱਗ ਕੇ ਤਰਿਆ ਜਾ ਸਕਦਾ ਹੈ। ਫਿਰ ਸਮਝ ਪੈ ਜਾਂਦੀ ਹੈ ਕਿ ਸਾਰਾ ਪ੍ਰਭੂ ਦਾ ਹੀ ਪਸਾਰਾ ਹੈ, ਸਾਰਾ ਪ੍ਰਭੂ ਦਾ ਹੀ ਪਸਾਰਾ ਹੈ। ਇਹ ਪ੍ਰਸ਼ਨ ਉੱਤਰ ਰਹਿਰਾਸ ਸਾਹਿਬ ਵਿੱਚੋਂ ਕੀਤੇ ਨੇ, ਬਹੁਤ ਸੰਖੇਪ ਨੇ। ਵਿਦਿਆਰਥੀਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ ਅਤੇ ਇਸ ਦਾ ਟੈਸਟ ਹੈ ਜਿਹੜਾ ਆਨਲਾਈਨ ਕਦੇ ਵੀ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।